ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਚਰਨਾਂ ਵਿੱਚ ਜੁੜਮਨ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰੂ ਜੀ ਦੀ ਬੜੀ ਰਹਿਮਤ ਬਖਸ਼ਿਸ਼ ਹੋਈ ਕਿ ਗੁਰੂ ਦੇ ਦਰ ਜੁੜਨ ਦਾ ਸਮਾਂ ਸਾਨੂੰ ਨਸੀਬ ਹੋਇਆ। ਗੁਰੂ ਦੀ ਬਾਣੀ ਰਾਹੀਂ ਗੁਰੂ ਦੇ ਦਰ ਤੇ ਜੁੜ ਕੇ ਵਾਹਿਗੁਰੂ ਨਾਲ ਜੁੜਨ ਦੀ ਨਿਮਾਣੀ ਦੀ ਕੋਸ਼ਿਸ਼ ਕਰ ਰਹੇ ਹਾਂ। ਗੁਰੂ ਅਰਜਨ ਦੇਵ ਮਹਾਰਾਜ ਅੱਜ ਦੇ ਇਸ ਪਾਵਨ ਬਚਨ ਅੰਦਰ ਰਹਿਮਤ ਕਰਦਿਆਂ ਸੋਝੀ ਦਿੰਦਿਆਂ ਹੋਇਆਂ ਸਮਝਾਉਂਦੇ ਨੇ। ਸਤਿਗੁਰੂ ਕਹਿੰਦੇ ਵਾਹਿਗੁਰੂ ਆਨੰਦ ਦਾ ਸੋਮਾ ਹੈ, ਸੁੱਖਾਂ ਦਾ ਸੋਮਾ, ਆਨੰਦ ਦਾ ਖਜ਼ਾਨਾ। ਇਸ ਲਈ ਉਹ ਵਾਹਿਗੁਰੂ, ਉਹਦੇ ਦਰੋਂ ਹੀ ਸਾਨੂੰ ਸੁੱਖ, ਉਹਦੇ ਦਰੋਂ ਹੀ ਸਾਨੂੰ ਆਨੰਦ ਹਾਸਲ ਹੁੰਦਾ ਹੈ। ਉਸ ਪਰਮੇਸ਼ਰ ਨੂੰ ਸਦਾ ਸੱਚ ਦਾ ਆਨੰਦ ਕਿਹਾ ਹੈ ਕਿ ਉਹ ਆਨੰਦ ਹੈ। ਪਰਮੇਸ਼ਰ ਨੂੰ ਦੁੱਖ ਨਹੀਂ ਕਿਸੇ ਨੇ ਕਿਹਾ, ਪਰਮੇਸ਼ਰ ਨੂੰ ਆਨੰਦ ਕਿਹਾ। ਸਤਿਗੁਰੂ ਕਹਿੰਦੇ ਉਹਦੇ ਘਰ ਦੇ ਵਿੱਚ ਹਮੇਸ਼ਾ ਹੀ ਆਨੰਦ ਰਹਿੰਦਾ ਹੈ। ਤੇਰਾ ਘਰ ਆਨੰਦ ਵਧਾਈ ਤੁਧ ਕਰ। ਹੇ ਸੱਚੇ ਪਾਤਸ਼ਾਹ, ਤੇਰੇ ਘਰ ਦੇ ਵਿੱਚ ਆਨੰਦ ਹੈ, ਤੇਰੇ ਘਰ ਦੇ ਵਿੱਚ ਹਮੇਸ਼ਾ ਹੀ ਵਧਾਈਆਂ ਨੇ, ਤੇਰੇ ਘਰ ਵਿੱਚ ਸੋਗ ਨਹੀਂ ਹੈ, ਆਨੰਦ ਹੀ ਆਨੰਦ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਦਾ ਆਨੰਦ ਆਨੰਦੀ ਸਾਹਿਬ, ਗੁਣ ਨਿਧਾਨ ਨਿਤ ਨਿਤ ਜਾਪੀਐ। ਉਸ ਸੁੱਖਾਂ ਦੇ ਦਾਤੇ, ਉਸ ਆਨੰਦ ਦੇ ਮੂਲ ਨੂੰ ਹਮੇਸ਼ਾ ਸਿਮਰਦੇ ਰਹਿਣਾ ਚਾਹੀਦਾ ਹੈ। ਜੇ ਆਨੰਦ ਚਾਹੁੰਦੇ ਹਾਂ, ਚਾਹੁੰਦੇ ਅਸੀਂ ਸਭ ਆਨੰਦ ਹਾਂ, ਸਾਡੀ ਸਭ ਦੀ ਚਾਹਤ ਆਨੰਦ ਹੀ ਹੈ। ਜਿਸ ਕੰਮ ਵਿੱਚੋਂ ਸਾਨੂੰ ਆਨੰਦ ਮਿਲਦਾ ਹੋਵੇ ਨਾ, ਅਸੀਂ ਉਸ ਕੰਮ ਨੂੰ ਲਗਾਤਾਰ ਕਰਦੇ ਰਹਿੰਦੇ ਹਾਂ। ਇਸ ਲਈ ਸਤਿਗੁਰੂ ਕਹਿੰਦੇ ਉਹ ਵਾਹਿਗੁਰੂ, ਉਹਨੂੰ ਸਿਮਰਨ ਵਿੱਚ ਵੀ ਆਨੰਦ ਹੈ, ਉਸ ਪਰਮੇਸ਼ਰ ਨੂੰ ਗਾਉਣ ਵਿੱਚ ਵੀ ਆਨੰਦ ਹੈ, ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰਨ ਵਿੱਚ ਬੜਾ ਆਨੰਦ ਹੈ। ਇਹੀ ਕਾਰਨ ਕਿ ਭਗਤ ਰੱਬ ਨੂੰ ਸਿਮਰਦਿਆਂ, ਉਹਨੂੰ ਗਾਉਂਦਿਆਂ ਉਹ ਆਨੰਦ ਵਿੱਚ ਝੂਮਦੇ ਰਹਿੰਦੇ ਨੇ। ਆਨੰਦ ਵਿੱਚ ਪ੍ਰਮਾਤਮਾ ਹਾਲੇ ਮਿਲਿਆ ਨਹੀਂ, ਜਦੋਂ ਮਿਲੇਗਾ ਉਦੋਂ ਤਾਂ ਜਿਹੜਾ ਆਨੰਦ ਹੋਵੇਗਾ ਸੋ ਹੋਵੇਗਾ ਹੀ। ਉਹ ਉਸ ਨੂੰ ਸਿਮਰਨ ਵਿੱਚ ਵੀ ਆਨੰਦ ਮਾਣਦੇ ਨੇ। ਉਹ ਉਸ ਦੀ ਕਥਾ, ਉਸ ਦਾ ਕੀਰਤਨ ਸੁਣਨ ਵਿੱਚ ਵੀ ਆਨੰਦ ਮਾਣਦੇ ਨੇ। ਇਸ ਲਈ ਹਰ ਚੀਜ਼ ਦੇ ਵਿੱਚੋਂ ਆਨੰਦ ਨੂੰ ਦੇਖਣਾ। ਆਨੰਦ ਹੀ ਇੱਕੋ ਇੱਕ ਪੈਰਾਮੀਟਰ ਹੈ ਤੁਹਾਡੇ ਜੀਵਨ ਨੂੰ ਪਰਖਣ ਦਾ। ਬਸ ਜਦੋਂ ਤੁਹਾਨੂੰ ਜੋ ਤੁਸੀਂ ਕਰ ਰਹੇ ਹੋ, ਜੋ ਉਹਦੇ ਵਿੱਚੋਂ ਆਨੰਦ ਮਿਲ ਰਿਹਾ ਹੈ, ਤਾਂ ਠੀਕ ਹੈ, ਸਫਲ ਹੋ ਗਏ। ਬਸ ਹੋਰ ਕੁਝ ਕਰਨ ਦੀ ਜ਼ਰੂਰਤ ਨਹੀਂ। ਤੁਸੀਂ ਸਫਲ ਹੋ ਗਏ। ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਦਿਆਂ ਤੁਹਾਨੂੰ ਆਨੰਦ ਆ ਰਿਹਾ ਹੈ, ਤਾਂ ਗੱਲ ਬਣ ਗਈ। ਤੁਸੀਂ ਦੁਖੀ ਨਹੀਂ ਹੁੰਦੇ, ਨਿਰਾਸ਼ ਨਹੀਂ ਹੁੰਦੇ, ਖਿਝਦੇ ਨਹੀਂ, ਸਗੋਂ ਆਨੰਦਿਤ ਹੁੰਦੇ ਹੋ, ਪ੍ਰਸੰਨ ਹੁੰਦੇ ਹੋ, ਤਾਂ ਗੱਲ ਬਣ ਗਈ। ਆਪਣਾ ਕੰਮ ਧੰਦਾ ਕਰਦਿਆਂ, ਆਪਣਾ ਕਾਰ ਵਿਹਾਰ ਕਰਦਿਆਂ ਤੁਹਾਨੂੰ ਸੁੱਖ ਮਿਲਦਾ ਹੈ, ਆਨੰਦ ਮਿਲਦਾ ਹੈ, ਤਾਂ ਗੱਲ ਬਣ ਗਈ, ਤੁਹਾਡਾ ਉਹ ਕੰਮ ਸਫਲ ਹੋ ਗਿਆ। ਤੁਹਾਨੂੰ ਬਾਣੀ ਪੜ੍ਹਦਿਆਂ ਆਨੰਦ ਆ ਰਿਹਾ ਹੈ, ਸਿਮਰਨ ਕਰਦਿਆਂ ਆਨੰਦ ਆ ਰਿਹਾ ਹੈ, ਤਾਂ ਸਮਝ ਲਓ ਗੱਲ ਬਣ ਗਈ। ਕੁਛ ਹੋਰ
ਹੁਣ ਕਰਨ ਦੀ ਜ਼ਰੂਰਤ ਨਾ ਰਹੀ, ਹੁਣ ਉਹ ਕੰਮ ਸਫਲ ਹੋ ਗਿਆ। ਇਸ ਲਈ ਆਨੰਦ ਹੀ ਇੱਕੋ ਇੱਕ ਪਰਖਣ ਦਾ ਜ਼ਰੀਆ ਹੈ। ਆਨੰਦ ਹੀ। ਸਤਿਗੁਰੂ ਕਹਿੰਦੇ ਉਸ ਆਨੰਦੀ ਪਰਮਾਤਮਾ ਨੂੰ ਆਨੰਦਿਤ ਹੋ ਕੇ ਹੀ ਪਾ ਸਕਦੇ ਹੋ। ਸਾਡੀ ਦਿੱਕਤ ਇਹ ਹੈ ਕਿ ਜਦੋਂ ਤਾਂ ਸਾਡੇ ਘਰ ਖੁਸ਼ੀ ਹੁੰਦੀ ਹੈ ਉਦੋਂ ਸਾਨੂੰ ਰੱਬ ਚੇਤੇ ਨਹੀਂ ਆਉਂਦਾ। ਜਦੋਂ ਸਾਡੇ ਘਰ ਆਨੰਦ ਹੁੰਦਾ ਉਦੋਂ ਸਾਨੂੰ ਰੱਬ ਚੇਤੇ ਨਹੀਂ ਆਉਂਦਾ। ਜਿਸ ਦਿਨ ਸਾਡੇ ਘਰ ਦੁੱਖ ਆ ਜਾਂਦਾ ਉਸ ਦਿਨ ਸਾਨੂੰ ਰੱਬ ਚੇਤੇ ਆ ਜਾਂਦਾ ਹੈ। ਇਹ ਦਿੱਕਤ ਬੜੀ ਹੈ। ਇਹ ਸ਼ਾਇਦ ਇੱਕ ਕਾਰਨ ਇਹ ਵੀ ਹੈ ਕਿ ਅਸੀਂ ਪਰਮਾਤਮਾ ਦੇ ਨੇੜੇ ਨਹੀਂ ਹੋ ਪਾਉਂਦੇ। ਅਸੀਂ ਉਹਦੇ ਨੇੜੇ ਨਹੀਂ, ਦੁੱਖ ਰਾਹੀਂ ਵੀ ਹੋ ਸਕਦੇ ਹਾਂ, ਪਰ ਉਨੀ ਦੇਰ ਤੱਕ ਹੀ ਰੱਬ ਚੇਤੇ ਆਉਂਦਾ ਜਿੰਨੀ ਦੇਰ ਤੱਕ ਦੁੱਖ ਹੈ। ਦੁੱਖ ਮਿਟਿਆ, ਰੱਬ ਫਿਰ ਭੁੱਲ ਗਿਆ, ਪਰਮੇਸ਼ਰ ਫਿਰ ਭੁੱਲ ਗਿਆ। ਰੋਗ ਦੂਰ ਹੋਇਆ, ਬਿਮਾਰੀ ਦੂਰ ਹੋਈ, ਰੱਬ ਫਿਰ ਚੇਤੇ ਭੁੱਲ ਗਿਆ। ਇਸ ਲਈ ਸਾਡੇ ਜੀਵਨ ਵਿੱਚ ਦੁੱਖ ਹੀ ਸਾਨੂੰ ਰੱਬ ਚੇਤੇ ਕਰਾਉਂਦਾ। ਦੁੱਖ ਹੀ, ਬਿਮਾਰੀ ਹੀ, ਰੋਗ ਹੀ ਸਾਨੂੰ ਰੱਬ ਦਾ ਚੇਤਾ ਕਰਾਉਂਦੀ ਹੈ। ਜੇ ਇਹ ਨਾ ਸਾਡੇ ਜੀਵਨ ਵਿੱਚ ਹੋਣ ਤੇ ਸ਼ਾਇਦ ਅਸੀਂ ਪਰਮਾਤਮਾ ਨੂੰ ਕਦੇ ਚੇਤੇ ਵੀ ਨਾ ਕਰੀਏ। ਸੁੱਖ ਆਨੰਦ ਵਿੱਚ ਤਾਂ ਅਸੀਂ ਪਰਮਾਤਮਾ ਨੂੰ ਸਿਮਰਦੇ ਵੀ ਨਹੀਂ। ਸੁੱਖ ਆਨੰਦ ਵਿੱਚ ਤੇ ਸਾਨੂੰ ਖਾਣ ਪੀਣ ਦੀ, ਸਾਨੂੰ ਨੱਚਣ ਗਾਉਣ ਦੀ ਸੁੱਝਦੀ ਹੈ। ਸੁੱਖ ਆਨੰਦ ਵਿੱਚ ਰੱਬ ਦਾ ਲੜ ਕੌਣ ਫੜਦਾ ਜੇ? ਪਰਮੇਸ਼ਰ ਦਾ ਲੜ ਕੌਣ ਫੜਦਾ ਹੈ ਸੁੱਖ ਵਿੱਚ? ਕਿਉਂਕਿ ਹੁਣ ਕੋਈ ਜ਼ਰੂਰਤ ਹੀ ਨਹੀਂ। ਪਰ ਇਹ ਖਿਆਲ ਰੱਖਿਓ, ਜਦੋਂ ਤੁਸੀਂ ਖੁਸ਼ ਹੋਵੋ, ਜਦੋਂ ਤੁਹਾਡੇ ਘਰ ਵਿੱਚ ਸੁੱਖ ਹੈ, ਤਾਂ ਉਸ ਵਕਤ ਵਾਹਿਗੁਰੂ ਦਾ ਲੜ ਫੜੇਗਾ। ਤੁਹਾਡਾ ਉਹ ਸੁੱਖ, ਤੁਹਾਡਾ ਉਹ ਆਨੰਦ ਹੋਰ ਵਧੇਗਾ, ਹੋਰ ਪ੍ਰਫੁੱਲਿਤ ਹੋਵੇਗਾ। ਜਦੋਂ ਤੁਸੀਂ ਸੁੱਖ ਵਿੱਚ ਉਸ ਨੂੰ ਗਾਓਗੇ। ਦੁੱਖ ਵਿੱਚ ਬੰਦਾ ਦੁਖੀ ਹੈ ਤਾਂ ਉਹਨੂੰ ਹੋਰ ਕੁਝ ਸੁਝਦਾ ਨਹੀਂ। ਸੁੱਖ ਵਿੱਚ ਬੜਾ ਆਨੰਦ ਹੈ। ਸੁੱਖ ਵਿੱਚ ਮਨ ਨੂੰ ਹੋਰ ਸੁੱਖ ਦੀ ਕਾਮਨਾ ਨਹੀਂ ਹੈ। ਉਹ ਕਹਿੰਦਾ ਕਿ ਮਿਲਿਆ ਇਹਦਾ ਆਨੰਦ ਮਾਣੀਏ। ਇਸ ਲਈ ਜਦੋਂ ਤੁਸੀਂ ਸੁੱਖ ਵਿੱਚ ਉਸ ਨੂੰ ਸਿਮਰਦੇ ਹੋ, ਸੁੱਖ ਵਿੱਚ ਉਸ ਨੂੰ ਗਾਉਂਦੇ ਹੋ, ਤਾਂ ਉਹ ਤੁਹਾਡਾ ਸੁੱਖ, ਉਹ ਆਨੰਦ ਹੋਰ ਕਈ ਗੁਣਾ ਵੱਧ ਜਾਂਦਾ ਹੈ। ਇਸ ਲਈ ਉਹਦੀ ਸਿਫਤ ਸਲਾਹ ਕਰਨਾ। ਹੁਣ ਗੁਰਬਾਣੀ ਉਹ ਗਾਇਨ ਰੂਪ ਵਿੱਚ ਹੈ। ਗਾਉਣਾ, ਉਸ ਪਰਮੇਸ਼ਰ ਦੇ ਗੀਤ ਗਾਉਣਾ, ਉਹਦੇ ਸ਼ਬਦਾਂ ਨੂੰ ਗਾਉਣਾ। ਗੁਰਬਾਣੀ ਰਾਗਾਂ ਵਿੱਚ ਹੈ। ਗੁਰੂ ਸਾਹਿਬ ਨੇ ਸਾਨੂੰ ਸ਼ਬਦ ਰਾਗ ਵਿੱਚ ਦਿੱਤੇ ਨੇ, ਸੰਗੀਤ ਵਿੱਚ, ਕਿ ਗਾ ਉਸ ਨੂੰ। ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਕਿ ਪ੍ਰਮਾਤਮਾ ਨੂੰ ਸਾਰੀ ਕੁਦਰਤ ਗਾਉਂਦੀ ਹੈ। ਗਾਵੇਂ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ। ਸਤਿਗੁਰੂ ਕਹਿੰਦੇ ਸਾਰੇ ਗਾ ਰਹੇ ਨੇ ਉਹਨੂੰ। ਇੰਨੇ ਕੁ ਗਾਉਂਦੇ ਨੇ ਕਿ ਮੇਰੇ ਚਿੱਤ ਵਿੱਚ ਵੀ ਨਹੀਂ ਆਉਂਦੇ। ਹੋਰ ਕਿਤੇ ਗਾਵਨ ਸੇ ਮੈਂ ਚਿਤਨਾ। ਸਾਰੇ ਗਾਉਂਦੇ ਨੇ, ਤੇ ਗਾਇਆ ਹਮੇਸ਼ਾ ਸੁੱਖ ਵਿੱਚ ਜਾਂਦਾ ਹੈ, ਆਨੰਦ ਵਿੱਚ। ਦੁੱਖ ਵਿੱਚ ਨਹੀਂ ਕੋਈ ਗਾਉਂਦਾ। ਤੁਸੀਂ ਕਦੇ ਦੁੱਖ ਵਿੱਚ ਕਿਸੇ ਨੂੰ ਗਾਉਂਦਿਆਂ ਦੇਖਿਆ? ਫਿਲਮਾਂ ਤੋਂ ਇਲਾਵਾ ਅਸਲ ਜ਼ਿੰਦਗੀ ਵਿੱਚ ਦੁੱਖ ਵਿੱਚ ਕੋਈ ਨਹੀਂ ਗਾਉਂਦਾ। ਸੁੱਖ ਵਿੱਚ ਗਾਇਆ ਜਾਂਦਾ ਹੈ। ਇਸ ਲਈ ਗਾਉਣਾ ਉਸ ਨੂੰ। ਇਸ ਗੱਲ ਦੀ ਪਰਵਾਹ ਨਾ ਕਰੋ ਕਿ ਤੁਸੀਂ ਬੇਸੁਰੇ ਹੋ, ਤੁਹਾਨੂੰ ਗਾਉਣਾ ਨਹੀਂ ਆਉਂਦਾ। ਤੁਸੀਂ ਕਿਸੇ ਨੂੰ ਕੋਈ ਕੰਪੀਟੀਸ਼ਨ ਜਿੱਤਣ ਵਾਸਤੇ ਥੋੜੀ ਨਾ ਗਾਉਣਾ ਹੈ। ਉਹਦੀ ਸਿਫਤ ਸਲਾਹ ਲਈ ਗਾਉਣਾ ਹੈ। ਉਸ ਪਰਮੇਸ਼ਰ, ਉਹ ਵੀ ਆਪਣੀ ਮਸਤੀ ਵਿੱਚ, ਕਿਸੇ ਨੂੰ ਦਿਖਾ ਕੇ ਨਹੀਂ, ਆਪਣੀ ਮਸਤੀ ਵਿੱਚ, ਆਨੰਦ ਵਿੱਚ। ਇਸ ਲਈ ਸਤਿਗੁਰੂ ਕਹਿੰਦੇ
ਉਹ ਸਾਹਿਬ ਆਨੰਦੀ ਹੈ। ਸਦਾ ਆਨੰਦ ਆਨੰਦੀ ਸਾਹਿਬ। ਗੁਣ ਨਿਧਾਨ ਨਿਤ ਨਿਤ ਜਾਪੀ ਹੈ। ਉਸ ਆਨੰਦਾਂ ਦੇ ਮਾਲਕ, ਉਸ ਸੁੱਖਾਂ ਦੇ ਮਾਲਕ ਨੂੰ ਹਮੇਸ਼ਾ ਜਪਦੇ ਰਹੋ, ਹਮੇਸ਼ਾ ਜਪਦੇ ਰਹੋ। ਜਿਹਨੂੰ ਸੁੱਖ ਵਿੱਚ ਰੱਬ ਚੇਤੇ ਆਉਂਦਾ, ਉਹਨੂੰ ਦੁੱਖ ਵਿੱਚ ਵੀ ਵਿਸਰਦਾ ਨਹੀਂ, ਉਹਨੂੰ ਕਦੇ ਨਹੀਂ ਵਿਸਰਦਾ। ਜਿਹਨੂੰ ਸਿਰਫ ਦੁੱਖ ਵਿੱਚ ਹੀ ਚੇਤੇ ਆਉਂਦਾ, ਉਹਨੂੰ ਸੁੱਖ ਵਿੱਚ ਕਦੇ ਰੱਬ ਚੇਤੇ ਨਹੀਂ ਆਉਂਦਾ। ਇਸ ਲਈ ਸੁੱਖ ਵਿੱਚ ਉਸ ਪ੍ਰਮਾਤਮਾ ਨੂੰ ਆਰਾਧਨਾ। ਸਤਿਗੁਰੂ ਨੇ ਕਿਹਾ ਕਿ ਮੈਂ ਸੁੱਖ ਵਿੱਚ ਵੀ ਉਸ ਨੂੰ ਆਰਾਧਦਾ, ਮੈਂ ਦੁੱਖ ਵਿੱਚ ਵੀ ਉਸੇ ਨੂੰ ਆਰਾਧਦਾ। ਮੈਂ ਰੱਜਿਆ ਹੋਵਾਂ ਮੈਂ ਤਾਂ ਵੀ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰਨਾ, ਮੈਂ ਭੁੱਖਾ ਹੋਵਾਂ ਮੈਂ ਤਾਂ ਵੀ ਉਸੇ ਨੂੰ ਆਰਾਧਨਾ। ਇਸ ਲਈ ਦੁੱਖ ਤੇ ਸੁੱਖ, ਭੁੱਖ ਤੇ ਰੱਜ, ਇਹ ਮੈਨੂੰ ਪ੍ਰਮਾਤਮਾ ਨਾਲੋਂ ਬਿਲਕੁਲ ਵੀ ਤੋੜ ਨਹੀਂ ਪਾਉਂਦੇ। ਮੈਂ ਦੁੱਖ ਨੂੰ ਵੀ ਉਹਦੀ ਦਾਤ ਸਮਝ ਲੈਣਾ ਵਾ, ਮੈਂ ਸੁੱਖ ਨੂੰ ਵੀ ਉਹਦੀ ਦਾਤ ਸਮਝ ਲੈਣਾ। ਇਸ ਲਈ ਹਰ ਚੀਜ਼ ਵਾਹਿਗੁਰੂ ਨਾਲ ਜੋੜ ਦਿੰਦੀ ਹੈ। ਜਵਾਨੀ ਵੀ ਉਹਦੇ ਨਾਲ ਜੋੜ ਪਾਉਂਦੀ ਹੈ ਤੇ ਬੁਢਾਪਾ ਵੀ ਜੋੜ ਦਿੰਦਾ ਹੈ। ਬਚਪਨ ਵੀ ਉਸ ਪ੍ਰਮਾਤਮਾ ਨਾਲ ਜੋੜਨ ਵਿੱਚ ਸਹਾਈ ਹੋ ਜਾਂਦਾ ਹੈ, ਬੁਢਾਪਾ ਵੀ। ਜਨਮ ਵੀ ਉਸ ਵਾਹਿਗੁਰੂ ਨਾਲ ਜੋੜਨ ਵਿੱਚ ਸਹਾਈ ਹੋ ਸਕਦਾ ਹੈ ਤੇ ਮੌਤ ਵੀ। ਇਹ ਡਿਪੈਂਡ ਕਰਦਾ ਹੈ ਕਿ ਸਾਡੀ ਬਿਰਤੀ ਕੈਸੀ ਹੈ, ਸਾਡਾ ਸੁਭਾਅ ਕੈਸਾ ਹੈ। ਇਸ ਲਈ ਸਤਿਗੁਰੂ ਕਹਿੰਦੇ ਸਦਾ ਆਨੰਦ ਆਨੰਦੀ ਸਾਹਿਬ, ਗੁਣ ਨਿਧਾਨ ਨਿਤ ਨਿਤ ਜਾਪੀਐ, ਬਲਿਹਾਰੀ ਤਿਸ ਸੰਤ ਪਿਆਰੇ। ਸਤਿਗੁਰੂ ਕਹਿੰਦੇ ਮੈਂ ਉਸ ਸੰਤ ਤੋਂ, ਸਤਿਗੁਰੂ ਤੋਂ ਬਲਿਹਾਰ ਜਾਵਾਂ। ਮੈਂ ਉਸ ਸਾਧੂ ਸਤਿਗੁਰੂ ਤੋਂ ਸਦਕੇ ਹਾਂ, ਮੈਂ ਬਲਿਹਾਰ ਹਾਂ ਉਹਦੇ ਤੋਂ। ਜਿਸ ਪ੍ਰਸਾਦ ਪ੍ਰਭ ਮਨ ਵਾਸੀ ਹੈ, ਜਿਹਦੀ ਕਿਰਪਾ ਨਾਲ ਪ੍ਰਭੂ ਮਨ ਵਿੱਚ ਵਸਦਾ ਹੈ, ਜਿਹਦੀ ਰਹਿਮਤ ਨਾਲ ਉਹ ਮਨ ਵਿੱਚ ਵਸਦਾ ਹੈ। ਅਸੀਂ ਗੁਰੂ ਦੇ ਦਰ ਬੈਠੇ ਹਾਂ, ਗੁਰੂ ਸਾਡੇ ਮਨ ਵਿੱਚ ਉਸ ਵਾਹਿਗੁਰੂ ਨੂੰ ਵਸਾ ਦੇਗਾ। ਕੋਈ ਗੁਰੂ ਦੇ ਵਾਸਤੇ ਔਖਾ ਕੰਮ ਨਹੀਂ ਹੈ। ਸਾਡੇ ਮਨ ਵਿੱਚ ਜੇ ਉਹ ਨਹੀਂ ਵਸ ਰਿਹਾ ਨਾ, ਤਾਂ ਸਾਡੇ ਕੋਲ ਕਿਤੇ ਨਾ ਕਿਤੇ ਭੁੱਲ ਹੋ ਰਹੀ ਹੈ। ਭੁੱਲ ਉਹ ਇਹ ਹੈ ਕਿ ਅਸੀਂ ਲੋਕ ਆਪਣੇ ਆਪ ਨੂੰ ਪੂਰੀ ਤਰ੍ਹਾਂ ਗੁਰੂ ਦੇ ਹਵਾਲੇ ਨਹੀਂ ਕਰ ਪਾ ਰਹੇ, ਆਪਣੇ ਆਪ ਨੂੰ ਉਹਦੇ ਸਪੁਰਦ ਪੂਰੀ ਤਰ੍ਹਾਂ ਨਹੀਂ ਕਰ ਰਹੇ। ਪੂਰੀ ਤਰ੍ਹਾਂ ਆਪਣੇ ਆਪ ਨੂੰ ਉਹਦੇ ਸਪੁਰਦ ਕਰੋ, ਪੂਰੀ ਤਰ੍ਹਾਂ ਉਹਦੇ ਹਵਾਲੇ ਕਰ ਦਿਓ ਕਿ ਬਸ ਛੱਡਤਾ ਉਹਦੇ ਆਸਰੇ। ਬਸ ਜਿਵੇਂ ਕੋਈ ਆਦਮੀ ਮੁਰਦਾ ਹੋ ਜਾਂਦਾ ਹੈ, ਜਦੋਂ ਉਹ ਮੁਰਦਾ ਹੋ ਗਿਆ, ਉਹਦੇ ਸਰੀਰ ਵਿੱਚ ਹੁਣ ਜਾਨ ਨਹੀਂ ਹੈ, ਹੁਣ ਉਹ ਆਪਣੇ ਆਪ ਨੂੰ ਨਹੀਂ ਸੰਭਾਲ ਪਾਏਗਾ। ਹੁਣ ਉਹਨੂੰ ਉਹੀ ਸੰਭਾਲ ਸਕੇਗਾ ਜਿਹੜਾ ਜਿਉਂਦਾ ਹੈ। ਬਿਲਕੁਲ ਐਸੇ ਹੀ ਆਪਣੇ ਆਪ ਨੂੰ, ਮੈਂ ਨੂੰ ਮਾਰ ਕੇ ਉਹਦੇ ਚਰਨਾਂ ਵਿੱਚ ਛੱਡ ਦੇਵੋ, ਫਿਰ ਉਹਦੀ ਮਰਜ਼ੀ ਉਹ ਆਪੇ ਸਾਂਭੇ। ਬਸ ਇਸ ਢੰਗ ਨਾਲ ਜਦੋਂ ਅਸੀਂ ਬਿਲਕੁਲ ਉਹਦੇ ਹਵਾਲੇ ਕਰ ਦਿੰਦੇ ਹਾਂ ਆਪਣੇ ਆਪ ਨੂੰ, ਉਹ ਜੈਸਾ ਰੱਖਣਾ ਚਾਹੇ ਵੈਸਾ ਰੱਖ ਲਵੇ, ਫਿਰ ਮਨ ਵਿੱਚ ਵਸਦਾ ਹੈ ਵਾਹਿਗੁਰੂ। ਇਸ ਲਈ ਸਤਿਗੁਰੂ ਕਹਿੰਦੇ ਮੈਂ ਗੁਰੂ ਤੋਂ ਬਲਿਹਾਰ ਜਾਂਦਾ ਵਾਂ। ਗੁਰੂ ਸੋਝੀ ਦਿੰਦਾ ਹੈ, ਗੁਰੂ ਨੇ ਮੈਨੂੰ ਰੌਸ਼ਨੀ ਦਿੱਤੀ ਹੈ। ਮੈਂ ਤਾਂ ਮਾਇਆ ਦੇ ਹਨੇਰੇ ਵਿੱਚ ਉਲਝਿਆ ਫਿਰਦਾ ਸਾਂ, ਮੈਂ ਤਾਂ ਇਹੀ ਸਮਝੀ ਬੈਠਾ ਸਾਂ, ਮੈਂ ਤਾਂ ਆਪਣੇ ਆਪ ਨੂੰ ਧਰਮੀ ਸਮਝੀ ਬੈਠਾ ਸਾਂ ਕਿ ਮੈਂ ਸਵੇਰੇ ਪੂਜਾ ਕਰ ਲਈ, ਸ਼ਾਮੀ ਪੂਜਾ ਕਰ ਲਈ, ਮੈਂ ਤਾਂ ਧਰਮੀ ਹੋ ਗਿਆ। ਮੈਂ ਤਾਂ ਇਸੇ ਭੁਲੇਖੇ ਵਿੱਚ ਸੀ। ਬਹੁਤੀ ਦੁਨੀਆ ਇਸੇ ਭੁਲੇਖੇ ਵਿੱਚ ਹੀ ਹੈ। ਬਹੁਤੀ ਦੁਨੀਆ ਇਸੇ ਭੁਲੇਖੇ ਵਿੱਚ ਹੈ ਕਿ ਅਸੀਂ ਤਾਂ ਧਾਰਮਿਕ ਹਾਂ। ਲੋਕ ਦੂਸਰੇ ਦੇ ਧਰਮ ਮੰਦਰ ਨੂੰ ਢਾਉਣਾ ਵੀ ਧਾਰਮਿਕ ਕਰਮ ਸਮਝ ਲੈਂਦੇ ਨੇ। ਤੁਸੀਂ ਦੇਖਿਆ ਹੀ ਹੈ ਸਾਡੇ ਦੇਸ਼ ਵਿੱਚ ਕੀ ਕੁਝ ਹੁੰਦਾ ਹੈ। ਲੋਕ ਮੰਦਰ ਨੂੰ ਢਾਉਣਾ ਧਾਰਮਿਕ ਸਮਝ ਲੈਂਦੇ ਨੇ ਕਰਮ, ਲੋਕ ਮਸਜਿਦ ਨੂੰ ਢਾਉਣਾ ਧਾਰਮਿਕ ਕਰਮ ਸਮਝ ਲੈਂਦੇ ਨੇ। ਮੰਦਰ ਨੂੰ ਢਾ ਕੇ ਉਹਦੀ ਥਾਂ ਮਸਜਿਦ ਖੜੀ ਕਰਨਾ ਤੇ ਮਸਜਿਦ ਨੂੰ ਢਾ ਕੇ ਉਹਦੀ ਥਾਂ ਮੰਦਰ ਖੜਾ ਕਰਨਾ, ਇਹਨੂੰ ਰੱਬ ਦਾ ਕੰਮ ਸਮਝ ਲੈਂਦੇ ਨੇ ਲੋਕ ਕਿ ਪ੍ਰਮਾਤਮਾ ਦਾ ਕਰਮ ਕਰ ਰਹੇ ਹਾਂ, ਪਰਮੇਸ਼ਰ ਦਾ ਕਾਰਜ ਕਰ ਰਹੇ ਹਾਂ।
जद कि ਇਹਦੇ ਵਿੱਚੋਂ ਕੋਈ ਵੀ ਕਾਰਜ ਪਰਮੇਸ਼ਰ ਦਾ ਨਹੀਂ। ਇਸ ਲਈ ਲੋਕ ਜਾਣਦੇ ਨਹੀਂ। ਗੁਰੂ ਸੋਝੀ ਦਿੰਦਾ ਹੈ, ਗੁਰੂ ਸੋਝੀ ਦਿੰਦਾ ਹੈ ਕਿ ਤੂੰ ਜਿਹਨੂੰ ਢਾਹ ਰਿਹਾ ਹੈ, ਚਾਹੇ ਉਹਨੂੰ ਮਸਜਿਦ ਕਹਿ, ਚਾਹੇ ਉਸ ਨੂੰ ਮੰਦਰ ਕਹਿ, ਉਹ ਹੈ ਤਾਂ ਪਰਮੇਸ਼ਰ ਦਾ ਹੀ, ਪਰ ਤੂੰ ਉਸ ਨੂੰ ਢਾਹ ਢੇਰੀ ਕਰਕੇ ਤੂੰ ਸਮਝਦਾ ਹੈ ਕਿ ਮੈਂ ਆਪਣੇ ਭਗਵਾਨ ਨੂੰ ਪ੍ਰਸੰਨ ਕਰ ਲੈਣਾ। ਉਹ ਇੱਕੋ ਹੀ ਹੈ, ਉਸੇ ਦਾ ਨਾਮ ਰਾਮ ਹੈ, ਉਸੇ ਦਾ ਨਾਮ ਅੱਲਾ ਹੈ, ਉਸੇ ਦਾ ਨਾਮ ਹੈ, ਪਰ ਤੈਨੂੰ ਸਮਝ ਨਹੀਂ ਹੈ, ਤੈਨੂੰ ਸੋਝੀ ਨਹੀਂ ਹੈ, ਤੈਨੂੰ ਗਿਆਨ ਨਹੀਂ। ਗੁਰੂ ਗਿਆਨ ਦਿੰਦਾ ਹੈ, ਗੁਰੂ ਨੇਤਰ ਬਖਸ਼ਦਾ ਹੈ, ਗੁਰੂ। ਇਸ ਲਈ ਗੁਰੂ ਤੋਂ ਬਿਨਾਂ ਗੱਲ ਨਹੀਂ ਬਣਦੀ। ਰਜੂਸ਼ ਕੋਲ ਕਿਸੇ ਅੰਨੇ ਆਦਮੀ ਨੂੰ ਲੈ ਕੇ ਆਏ ਲੋਕ। ਰਜੂਸ਼ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਇਸ ਬੰਦੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਚਾਨਣ ਹੁੰਦਾ ਹੈ, ਪਰ ਇਹ ਅੰਨਾ ਮੰਨਦਾ ਹੀ ਨਹੀਂ। ਇਹ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਚਾਨਣ ਕੀ ਹੁੰਦਾ ਹੈ। ਉਹ ਕਹਿੰਦੇ ਅਸੀਂ ਇਹਨੂੰ ਸਮਝਾਉਂਦੇ ਹਾਂ ਕਿ ਚਾਨਣ ਇਸ ਤਰ੍ਹਾਂ ਦਾ ਹੁੰਦਾ ਹੈ, ਸੂਰਜ ਦੀਆਂ ਕਿਰਨਾਂ ਇਵੇਂ ਦੀਆਂ ਹੁੰਦੀਆਂ। ਉਹ ਕਹਿੰਦੇ ਇਹਨੂੰ ਸਮਝ ਹੀ ਨਹੀਂ ਆਉਂਦੀ। ਰਜੂਸ਼ ਨੇ ਕਿਹਾ ਕਿ ਇਹ ਤਾਂ ਅੰਨਾ ਹੈ, ਮੈਨੂੰ ਤੁਸੀਂ ਵੀ ਅੰਨੇ ਜਾਪ ਦਿਓ। ਇਹ ਤਾਂ ਅੰਨਾ ਆਦਮੀ ਹੈ ਕਿਉਂਕਿ ਇਹਦੇ ਕੋਲ ਅੱਖਾਂ ਨਹੀਂ ਹੈ, ਇਹਦੇ ਕੋਲ ਅੱਖਾਂ ਨਹੀਂ ਹੈ, ਇਹ ਅੰਨਾ ਇਸ ਲਈ ਹੈ। ਪਰ ਤੁਹਾਡੇ ਕੋਲ ਤਾਂ ਅੱਖਾਂ ਹੈਗੀਆਂ, ਤੁਹਾਨੂੰ ਫਿਰ ਵੀ ਦਿਸਦਾ ਨਹੀਂ, ਇਸ ਲਈ ਮੈਨੂੰ ਤੁਸੀਂ ਇਹਦੇ ਤੋਂ ਵੀ ਵੱਡੇ ਅੰਨੇ ਜਾਪ ਦਿਓ। ਉਹਨਾਂ ਨੂੰ ਬੜਾ ਗੁੱਸਾ ਆਇਆ ਇਸ ਗੱਲ ਤੇ, ਬੜੇ ਨਾਰਾਜ਼ ਹੋਏ ਉਹ ਫਕੀਰ ਨਾਲ। ਗੁਰੂ ਉਹਨੇ ਕੀ ਕਿਹਾ? ਰਜੂਸ਼ ਨੇ ਕਿਹਾ ਕਿ ਤੁਸੀਂ ਇੰਜ ਕਰੋ ਕਿ ਮੈਂ ਇੱਕ ਵੈਦ ਨੂੰ ਜਾਣਦਾ ਵਾਂ, ਵਧੀਆ ਆਦਮੀ ਹੈ, ਇਹਨੂੰ ਉਹਦੇ ਕੋਲ ਲੈ ਕੇ ਜਾਓ, ਉਹ ਇਹਦੀਆਂ ਅੱਖਾਂ ਦਾ ਹੋ ਸਕਦਾ ਇਲਾਜ ਕਰ ਦੇਵੇ। ਇਸ ਲਈ ਇਹਨੂੰ ਸਮਝਾਓ ਨਾ ਕਿ ਚਾਨਣ ਕੀ ਹੁੰਦਾ ਹੈ, ਇਹਨੂੰ ਸਮਝਾਓ ਨਾ। ਇਹਨੂੰ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰੋਗੇ, ਸਮਝੇਗਾ ਹੀ ਨਹੀਂ। ਇਹਨੂੰ ਜਿੰਨਾ ਮਰਜ਼ੀ ਕਹੋ ਕਿ ਚਾਨਣ ਐਸਾ ਹੈ, ਪ੍ਰਕਾਸ਼ ਐਸਾ ਹੈ, ਐਸੀ ਰੋਸ਼ਨੀ ਹੁੰਦੀ ਹੈ, ਇਹਨੂੰ ਨਹੀਂ ਸਮਝ ਆਉਣਾ। ਤੁਸੀਂ ਇਹਨੂੰ ਵੈਦ ਕੋਲ ਲੈ ਕੇ ਜਾਓ, ਇਹਨੂੰ ਅੱਖਾਂ ਦਿਓ। ਉਹਨੂੰ ਵੈਦ ਕੋਲ ਲਗਾਇਆ। ਵੈਦ ਨੇ ਉਹਦਾ ਕੁਝ ਮਹੀਨੇ ਤੱਕ ਇਲਾਜ ਕੀਤਾ, ਉਹਨੂੰ ਦਿਸਣ ਲੱਗ ਪਿਆ। ਜਦੋਂ ਉਹਨੂੰ ਦਿਸਣ ਲੱਗ ਪਿਆ, ਉਹਨੇ ਖੁਦ ਆਪਣੀਆਂ ਅੱਖਾਂ ਨਾਲ ਦੇਖ ਲਿਆ ਕਿ ਪ੍ਰਕਾਸ਼ ਕੀ ਹੁੰਦਾ ਹੈ, ਰੋਸ਼ਨੀ ਕੀ ਹੁੰਦੀ ਹੈ, ਚਾਨਣ ਕਿਸ ਨੂੰ ਕਹਿੰਦੇ ਨੇ। ਉਹ ਆਇਆ ਰਜੂਸ਼ ਕੋਲ, ਉਹਨੇ ਰਜੂਸ਼ ਦਾ ਧੰਨਵਾਦ ਕੀਤਾ ਕਿ ਤੁਸੀਂ ਮੈਨੂੰ ਰੋਸ਼ਨੀ ਦੇ ਦਿੱਤੀ। ਉਹਨੇ ਕਿਹਾ ਮੈਂ ਨਹੀਂ ਤੈਨੂੰ ਰੋਸ਼ਨੀ ਦਿੱਤੀ, ਮੈਂ ਨਹੀਂ ਤੈਨੂੰ ਦੱਸਿਆ ਕਿ ਪ੍ਰਕਾਸ਼ ਕੀ ਹੁੰਦਾ ਹੈ, ਤੂੰ ਖੁਦ ਦੇਖਿਆ, ਤੂੰ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਪ੍ਰਕਾਸ਼ ਕੀ ਹੈ, ਚਾਨਣ ਕੀ ਹੈ। ਬਿਲਕੁਲ ਐਸਾ ਗੁਰੂ ਸਾਨੂੰ ਦਿਖਾ ਦਿੰਦਾ ਹੈ, ਸਾਨੂੰ ਰੋਸ਼ਨੀ ਬਖਸ਼ਦਾ ਹੈ। ਗੁਰੂ ਸਾਨੂੰ ਰੋਸ਼ਨੀ ਪ੍ਰਦਾਨ ਕਰਦਾ ਹੈ, ਉਹ ਸਾਨੂੰ ਰੋਸ਼ਨੀ ਪ੍ਰਦਾਨ ਕਰਦਾ ਹੈ, ਉਹ ਸਾਨੂੰ ਅੱਖਾਂ ਦਿੰਦਾ ਹੈ। ਉਹ ਇਹ ਨਹੀਂ ਕਹਿੰਦਾ ਕਿ ਤੂੰ ਮੇਰੀ ਅੱਖ ਨਾਲ ਦੇਖ ਲੈ, ਗੁਰੂ ਕਹਿੰਦਾ ਕਿ ਤੂੰ ਆਪਣੀ ਅੱਖ ਨਾਲ ਦੇਖ, ਕਿਉਂਕਿ ਮੇਰੀ ਅੱਖ ਨਾਲ ਦੇਖ ਕੇ ਤੈਨੂੰ ਯਕੀਨ ਨਹੀਂ ਆਉਣਾ। ਜਿਸ ਬੰਦੇ ਨੇ ਰੱਬ ਦੇਖਿਆ, ਉਹ ਬੰਦਾ ਤੁਹਾਨੂੰ ਕਹੇ ਕਿ ਮੇਰੇ ਤੇ ਯਕੀਨ ਕਰ ਲਓ ਕਿ ਭਾਈ ਰੱਬ ਹੁੰਦਾ, ਤੁਸੀਂ ਕਰ ਲਓਗੇ? ਜੇ ਤਾਂ ਅੰਨੇ ਹੋਵੋਗੇ ਤਾਂ ਕਰ ਲਓਗੇ, ਜੇ ਅੱਖਾਂ ਹਨ ਤਾਂ ਤੁਸੀਂ ਕਹੋਗੇ ਕਿ ਜਦ ਤੱਕ ਮੈਂ ਖੁਦ ਨਹੀਂ ਦੇਖ ਲੈਂਦਾ ਮੈਂ ਨਹੀਂ ਕਰਦਾ। ਸਤਿਗੁਰੂ ਕਹਿੰਦੇ ਬਿਨ ਦੇਖੇ ਉਪਜੇ ਨਹੀਂ ਆਸਾ। ਇਸ ਲਈ ਭਗਤ ਗੁਰਮੁਖ ਆਪਣੀਆਂ ਅੱਖਾਂ ਨਾਲ ਦੇਖਦਾ ਹੈ, ਗੁਰੂ ਸਾਨੂੰ ਅੱਖਾਂ ਦਿੰਦਾ ਹੈ। ਸਤਿਗੁਰੂ ਕਹਿੰਦੇ ਗਿਆਨ ਅੰਜਨ ਗੁਰ ਦਿਆ, ਗੁਰੂ ਨੇ ਗਿਆਨ ਦਾ ਅੰਜਨ ਦਿੱਤਾ ਮੈਨੂੰ, ਅੰਨੇ ਨੂੰ। ਮੇਰੇ ਕੋਲ ਅੱਖਾਂ ਤੇ ਸੀਗੀਆਂ ਪਰ ਦਿਸਦਾ ਨਹੀਂ ਸੀ, ਗੁਰੂ ਨੇ ਗਿਆਨ ਦਾ ਅੰਜਨ ਦਿੱਤਾ। ਗਿਆਨ ਅੰਜਨ ਗੁਰ ਦਿਆ, ਅਗਿਆਨ ਅੰਧੇਰ ਵਿਨਾਸ਼। ਗੁਰੂ ਨੇ ਹਨੇਰਾ ਖਤਮ ਕਰ ਦਿੱਤਾ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਅਗਲੀ ਗੱਲ ਕੀ ਹੈ? ਸੰਤ ਸੰਗ ਅੰਤਰ ਪ੍ਰਭ ਦੀਠਾ। ਗੁਰੂ ਦੀ ਕਿਰਪਾ ਨਾਲ ਮੈਂ ਆਪਣੇ ਅੰਦਰੋਂ ਦੇਖ ਲਿਆ।
ਇਹ ਨਹੀਂ ਕਿਹਾ ਕਿ ਮੈਂ ਗੁਰੂ ਦੀ ਅੱਖ ਰਾਹੀਂ ਦੇਖ ਲਿਆ। ਸਤਿਗੁਰੂ ਕਹਿੰਦੇ ਮੈਂ ਆਪਣੇ ਅੰਦਰੋਂ ਦੇਖ ਲਿਆ ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਅੱਖ ਨਾਲ ਨਹੀਂ, ਕਿਉਂਕਿ ਗੁਰੂ ਨੇ ਮੈਨੂੰ ਅੱਖਾਂ ਦੇ ਦਿੱਤੀਆਂ, ਉਹਨੇ ਮੈਨੂੰ ਰੌਸ਼ਨੀ ਬਖਸ਼ ਦਿੱਤੀ, ਮੈਨੂੰ ਦੇਖਣ ਦੀ ਸਮਰੱਥਾ ਦੇ ਦਿੱਤੀ। ਇਸ ਲਈ ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਮੈਂ ਗੁਰੂ ਤੋਂ ਬਲਿਹਾਰ ਜਾਂਦਾ ਵਾਂ, ਮੈਂ ਗੁਰੂ ਤੋਂ ਸਦਕੇ ਜਾਂਦਾ, ਕਿਉਂਕਿ ਗੁਰੂ ਨੇ ਕਿਰਪਾ ਕਰਕੇ ਮੇਰੇ ਮਨ ਵਿੱਚ ਵਾਹਿਗੁਰੂ ਵਸਾ ਦਿੱਤਾ। ਮੈਂ ਗੁਰੂ ਤੋਂ ਬਲਿਹਾਰ, ਬਲਿਹਾਰੀ ਤਿਸ ਸੰਤ ਪਿਆਰੇ, ਜਿਸ ਪ੍ਰਸਾਦ ਪ੍ਰਭ ਮਨ ਵਾਸੀ ਹੈ, ਜਿਹਦੀ ਕਿਰਪਾ ਨਾਲ ਪ੍ਰਭੂ ਮਨ ਵਿੱਚ ਵਸ ਗਿਆ। ਇਸ ਲਈ ਮੈਂ ਸਤਿਗੁਰੂ ਤੋਂ ਬਲਿਹਾਰ ਜਾਂਦਾ। ਗੁਰੂ ਨਾਨਕ ਸਾਹਿਬ ਨੇ ਇਹੀ ਤਾਂ ਸਾਨੂੰ ਗੱਲ ਸਮਝਾਈ। ਸਤਿਗੁਰੂ ਕਹਿੰਦੇ ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ, ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਨਜ਼ਾਰ। ਬੇਸ਼ੱਕ ਜਿੰਨੇ ਮਰਜੀ ਸੂਰਜ ਚੜ੍ਹੇ ਹੋਣ, ਜਿੰਨੇ ਮਰਜੀ ਚੰਦ ਹੋਣ, ਜਿੰਨਾ ਮਰਜੀ ਚਾਨਣ ਹੋਵੇ, ਜਦ ਤੱਕ ਸਾਡੇ ਅੰਦਰ ਹਨੇਰਾ ਹੈ, ਬਾਹਰ ਦਾ ਚਾਨਣ ਸਾਡਾ ਕੁਝ ਨਹੀਂ ਸਵਾਰ ਸਕਦਾ। ਸਤਿਗੁਰੂ ਕਹਿੰਦੇ ਇੱਥੇ ਚਾਨਣ ਹੋਂਦਿਆਂ ਗੁਰਬਿਨ ਕੋ ਰੰਦਾ, ਬਾਹਰ ਦਾ ਚਾਨਣ ਸਾਨੂੰ ਕੁਛ ਨਹੀਂ ਕਰ ਸਕਦਾ ਜਦ ਤੱਕ ਸਾਡੇ ਅੰਦਰ ਹਨੇਰਾ ਹੈ। ਜਦ ਤੱਕ ਅੱਖਾਂ ਹੀ ਨਹੀਂ ਹੈ ਸਾਡੇ ਕੋਲ ਤਾਂ ਚਾਨਣ ਕੀ ਕਰੇਗਾ? ਅੰਨੇ ਬੰਦੇ ਨੂੰ ਕੀ ਕਰੇਗਾ ਚਾਨਣ? ਚਾਨਣ ਉਹਨਾਂ ਨੂੰ ਰਾਹ ਵਿਖਾ ਸਕਦਾ ਹੈ ਜਿਨ੍ਹਾਂ ਦੇ ਕੋਲ ਅੱਖਾਂ ਹੈਗੀਆਂ। ਜਿਨ੍ਹਾਂ ਕੋਲ ਅੱਖਾਂ ਹੀ ਨਹੀਂ ਹੈਗੀਆਂ, ਚਾਨਣ ਉਹਨਾਂ ਦੇ ਲਈ ਹੈ ਜੈਸਾ ਹੈ ਜੈਸਾ ਨਹੀਂ ਹੈ, ਇੱਕ ਸਮਾਨ ਹੀ ਹੈ। ਇਸ ਲਈ ਗੁਰੂ ਕੀ ਕਰਦਾ ਹੈ? ਗੁਰੂ ਸਾਨੂੰ ਅੱਖਾਂ ਪ੍ਰਦਾਨ ਕਰਦਾ ਹੈ ਤੇ ਅਸੀਂ ਉਹਨਾਂ ਰਾਹੀਂ ਦੇਖ ਪਾਉਂਦੇ ਹਾਂ। ਇਸ ਕਰਕੇ ਸਤਿਗੁਰੂ ਕਹਿੰਦੇ ਮੈਂ ਗੁਰੂ ਤੋਂ ਬਲਿਹਾਰ ਜਾਂਦਾ ਹਾਂ, ਕਿ ਉਹਦੀ ਕਿਰਪਾ ਨਾਲ ਮੇਰੇ ਮਨ ਵਿੱਚ ਵਸ ਗਿਆ। ਮੇਰੇ ਮਨ ਵਿੱਚ ਵਸੀ ਸੀ ਮਾਇਆ, ਗੁਰੂ ਨੇ ਮੈਨੂੰ ਸੋਝੀ ਦਿੱਤੀ, ਮੇਰੇ ਮਨ ਵਿੱਚੋਂ ਮਾਇਆ ਨਿਕਲੀ ਤੇ ਪ੍ਰਮਾਤਮਾ ਵਸਿਆ। ਮੇਰੇ ਮਨ ਅੰਦਰ ਸੀ ਹੰਕਾਰ, ਗੁਰੂ ਨੇ ਉਹ ਕੱਢ ਦਿੱਤਾ, ਗੁਰੂ ਨੇ ਸਭ ਖਤਮ ਕਰ ਦਿੱਤਾ ਤੇ ਵਾਹਿਗੁਰੂ ਮਨ ਵਿੱਚ ਵਸਿਆ। ਇਸ ਲਈ ਸਤਿਗੁਰੂ ਕਹਿੰਦੇ ਗਾਵਲੇ ਮਨ ਗਾਵਨ ਹਾਰੇ। ਸਤਿਗੁਰੂ ਕਹਿੰਦੇ ਹੇ ਗਾਣ ਹਾਰੇ, ਗਾਵਲੇ ਤੂੰ ਗਾਵਨ ਹਾਰੇ। ਹੇ ਗਾਣ ਹਾਰ, ਤੂੰ ਗਾ ਉਸ ਪ੍ਰਮਾਤਮਾ ਨੂੰ, ਤੂੰ ਗਾ ਉਸ ਪਰਮੇਸ਼ਰ ਦੇ ਗੀਤ ਗਾ। ਹਰ ਬੰਦਾ ਗਾਉਣ ਦੇ ਸਮਰੱਥ ਹੈ, ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਦੇ ਸਮਰੱਥ ਹੈ, ਹਰ ਕੋਈ ਕਰ ਸਕਦਾ ਹੈ। ਅਸੀਂ ਕਹੀਏ ਕਿ ਅਸੀਂ ਨਹੀਂ ਕਰ ਸਕਦੇ, ਅਸੀਂ ਕਰ ਸਕਦੇ ਹਾਂ, ਹਰ ਕੋਈ ਕਰ ਸਕਦਾ ਹੈ। ਐਸਾ ਕੁਝ ਹੈ ਹੀ ਨਹੀਂ ਜਿਹੜਾ ਤੁਸੀਂ ਨਾ ਕਰ ਸਕਦੇ ਹੋਵੋ, ਐਸਾ ਕੁਝ ਨਹੀਂ ਹੈ। ਸਤਿਗੁਰੂ ਕਹਿੰਦੇ ਉਹ ਵਾਹਿਗੁਰੂ ਸਭ ਕੁਝ ਜਿਹਦੇ ਤੇ ਦਇਆ ਕਰਦਾ ਹੈ, ਉਹ ਸਭ ਕੁਝ ਕਰ ਲੈਂਦਾ ਹੈ। ਇਸ ਲਈ ਤੁਸੀਂ ਗਾਉਣਹਾਰ ਹੋ, ਤੁਸੀਂ ਉਸ ਦੇ ਗੁਣ ਗਾ ਸਕਦੇ ਹੋ। ਇਸ ਲਈ ਗਾਵੋ ਉਸ ਨੂੰ, ਗਾਵਲੇ ਤੂੰ ਗਾਵਨ ਹਾਰੇ। ਹੇ ਗਾਣ ਹਾਰੇ ਮਨ, ਤੂੰ ਉਸ ਪ੍ਰਮਾਤਮਾ ਦੇ ਗੁਣ ਗਾ। ਤੂੰ ਗੁਣਗੁਣਾਉਣਾ ਰਹਿਣਾ ਨਾ, ਇੱਧਰ ਉੱਧਰ ਹੋਰ ਗੀਤ, ਇੱਧਰ ਉੱਧਰ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਤੇਰੇ ਮਨ ਵਿੱਚ। ਜਦ ਇਹ ਚੀਜ਼ਾਂ ਤੇਰੇ ਮਨ ਵਿੱਚ ਚੱਲ ਸਕਦੀਆਂ ਤਾਂ ਪ੍ਰਮਾਤਮਾ ਦਾ ਸਿਮਰਨ ਕਿਉਂ ਨਹੀਂ ਚੱਲ ਸਕਦਾ? ਉਹ ਵੀ ਚੱਲ ਸਕਦਾ। ਇਸ ਲਈ ਪੋਸੀਬਿਲਿਟੀ ਹੈ। ਜਦ ਤੁਹਾਡੇ ਮਨ ਵਿੱਚ ਬੈਠਿਆਂ ਪਤਾ ਨਹੀਂ ਕਿਹੜੇ ਮਾਇਆ ਦੇ ਖਿਆਲ ਆ ਸਕਦੇ ਨੇ, ਤਾਂ ਇਸ ਦਾ ਮਤਲਬ ਹੈ ਕਿ ਪ੍ਰਮਾਤਮਾ ਦਾ ਖਿਆਲ ਵੀ ਪੈਦਾ ਹੋ ਸਕਦਾ ਹੈ। ਇਸ ਲਈ ਕਦੇ ਨਿਰਾਸ਼ ਨਾ ਹੋਵੋ। ਜੇ ਤੁਹਾਨੂੰ ਲੱਗੇ ਨਾ ਕਿ ਮੇਰੇ ਮਨ ਤਾਂ ਮਾਇਆ ਦੇ ਖਿਆਲ ਚੱਲਦੇ ਰਹਿੰਦੇ ਨੇ, ਤਾਂ ਇਹਨੂੰ ਪੋਜ਼ਿਟਿਵ ਵੇ ਤੋਂ ਦੇਖੋ ਕਿ ਜੇ ਮਾਇਆ ਦੇ ਖਿਆਲ ਮੇਰੇ ਮਨ ਵਿੱਚ ਚੱਲ ਸਕਦੇ ਨੇ ਤਾਂ ਪ੍ਰਮਾਤਮਾ ਦਾ ਖਿਆਲ ਕਿਉਂ ਨਹੀਂ ਚੱਲ ਸਕਦਾ? ਚੱਲ ਸਕਦਾ ਹੈ। ਇਸ ਲਈ ਹਰ ਚੀਜ਼ ਦੀ ਪੋਸੀਬਿਲਿਟੀ ਹੈ, ਕਿਉਂਕਿ ਇੱਕ ਹੈ ਤਾਂ ਦੂਸਰੀ ਵੀ ਹੋ ਸਕਦੀ ਹੈ। ਜੇ ਹਨੇਰਾ ਹੈ ਤਾਂ ਚਾਨਣ ਵੀ ਜ਼ਰੂਰ ਹੋ ਸਕਦਾ ਹੈ, ਚਾਨਣ ਵੀ ਹੋ ਸਕਦਾ ਹੈ। ਹਨੇਰਾ ਭਾਵੇਂ ਸਦੀਆਂ ਤੋਂ ਹੋਵੇ, ਕੋਈ ਐਸੀ ਗੁਫਾ ਜਿੱਥੇ ਸਦੀਆਂ ਤੋਂ ਚਾਨਣ ਨਹੀਂ ਹੋਇਆ, ਪਰ ਇਹਦਾ ਮਤਲਬ ਇਹ ਥੋੜੀ ਕਿ ਉੱਥੇ ਚਾਨਣ ਨਹੀਂ ਹੋ ਸਕਦਾ। ਸਾਡਾ ਮਨ ਇੱਕ ਐਸੀ ਹਨੇਰੀ ਗੁਫਾ ਹੈ ਜਿੱਥੇ ਪਤਾ ਨਹੀਂ ਕਿੰਨਿਆਂ ਕੁ ਜਨਮਾਂ ਤੋਂ ਚਾਨਣ ਨਹੀਂ ਹੋਇਆ, ਹਨੇਰਾ ਹੀ ਹਨੇਰਾ। ਇਸ ਲਈ ਚਾਨਣ ਹੋ ਸਕਦਾ ਹੈ, ਬਸ ਜਰਾ ਜਿਹਾ ਦੀਵਾ ਬਾਲਣ ਦੀ ਦੇਰ ਹੈ, ਸਦੀਆਂ ਦਾ ਚਾਨਣ ਇੱਕ ਪਲ ਵਿੱਚ ਮਿਟ ਜਾਂਦਾ ਹੈ, ਇੱਕ ਪਲ ਵਿੱਚ। ਇਸ ਕਰਕੇ ਸਤਿਗੁਰੂ ਕਹਿੰਦੇ
कि उस वाहिगुरू ਨੂੰ ਗਾ, ਤੂੰ ਗਾ ਸਕਦਾ ਹੈ, ਤੂੰ ਉਸ ਪਰਮਾਤਮਾ ਦੀ ਸਿਫਤ ਸਲਾਹ ਕਰ ਸਕਦਾ ਹੈ, ਉਹਦੇ ਵਿਚਾਰ ਉਹਦੇ ਖਿਆਲ ਤੇਰੇ ਮਨ ਅੰਦਰ ਉੱਠ ਸਕਦੇ ਨੇ। ਗਾਵ ਲੇਹ ਤੂੰ ਗਾਵਨ ਹਾਰੇ, ਜੀ ਪਿੰਡ ਕੇ ਪ੍ਰਾਣ ਆਧਾਰੇ। ਉਹ ਪਰਮਾਤਮਾ ਸਾਡੀ ਜਿੰਦ ਦਾ, ਸਾਡੇ ਸਰੀਰ ਦਾ, ਸਾਡੇ ਪ੍ਰਾਣਾਂ ਦਾ ਆਧਾਰ ਹੈ। ਉਹ ਸਾਡੇ ਸਰੀਰ ਦਾ ਆਸਰਾ, ਅਸੀਂ ਉਹਦੇ ਆਸਰੇ ਤਾਂ ਤੁਰੇ ਫਿਰਦੇ ਹਾਂ। ਜੀ ਪਿੰਡ ਕੇ ਪ੍ਰਾਣ ਆਧਾਰੇ, ਜਾ ਕੀ ਸੇਵਾ ਸਰਬ ਸੁਖ ਪਾਵੈ। ਜਿਹਦੀ ਸੇਵਾ ਕਰਕੇ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ, ਜਿਹਦੀ ਸੇਵਾ ਕਰਕੇ ਸਭ ਕੁਝ ਮਿਲ ਜਾਂਦਾ ਹੈ। ਸਤਿਗੁਰੂ ਕਹਿੰਦੇ ਉਹਦੀ ਸੇਵਾ ਵਿੱਚੋਂ ਕੀ ਨਹੀਂ ਮਿਲਦਾ, ਸਭ ਮਿਲ ਜਾਂਦਾ ਹੈ। ਬਸ ਕੋਈ ਕਰਨ ਵਾਲਾ ਚਾਹੀਦਾ ਹੈ, ਕੋਈ ਕਰਨ ਵਾਲਾ ਹੋਣਾ ਚਾਹੀਦਾ ਹੈ। ਉਹਦੀ ਸੇਵਾ ਵਿੱਚੋਂ ਸਭ ਮਿਲ ਜਾਂਦਾ ਹੈ। ਸਾਡੇ ਕੋਲੋਂ ਹੁੰਦੀ ਨਹੀਂ, ਸਾਡੇ ਕੋਲੋਂ ਹੁੰਦੀ ਨਹੀਂ। ਦਿੱਕਤ ਇਹੀ ਹੈ ਸਾਡੀ, ਜੇ ਅਸੀਂ ਥੋੜ੍ਹੀ ਬਹੁਤ ਸੇਵਾ ਕਰਦੇ ਵੀ ਹਾਂ ਤਾਂ ਉਹ ਵੀ ਹੰਕਾਰ ਨਾਲ ਭਰੇ, ਉਹ ਵੀ ਹਉਮੈ ਨਾਲ ਭਰੇ ਹੋਏ। ਥੋੜ੍ਹਾ ਬਹੁਤ ਜੇ ਸਿਮਰਨ ਕਰਦੇ ਹਾਂ ਤਾਂ ਉਹਦਾ ਹੰਕਾਰ ਕਰ ਲੈਂਦੇ ਹਾਂ। ਥੋੜ੍ਹੀ ਬਹੁਤ ਜੇ ਅਸੀਂ ਉਹਦੀ ਬਾਣੀ ਪੜ੍ਹ ਲੈਂਦੇ ਹਾਂ ਤਾਂ ਹਉਮੈ ਕਰ ਲੈਂਦੇ ਹਾਂ। ਇਸ ਕਰਕੇ ਖਾਲੀ ਰਹਿ ਜਾਂਦੇ ਆ, ਇਸ ਕਰਕੇ ਹਾਸਲ ਨਹੀਂ ਹੁੰਦਾ ਕੁਛ। ਸਤਿਗੁਰੂ ਕਹਿੰਦੇ ਉਹਦੀ ਸੇਵਾ ਵਿੱਚੋਂ ਸਭ ਕੁਝ ਮਿਲ ਜਾਂਦਾ ਹੈ। ਬਸ ਉਹਦੀ ਸੇਵਾ ਕਰਦਿਆਂ ਸਾਡੇ ਮੈਂ ਅੰਦਰ ਕੁਛ ਨਾ ਹੋਵੇ, ਮਨ ਅੰਦਰ ਕੁਛ ਨਾ ਹੋਵੇ। ਸਤਿਗੁਰੂ ਆਖਦੇ ਜਾ ਕੀ ਸੇਵਾ ਸਰਬ ਸੁਖ ਪਾਵੈ, ਅਵਰ ਕਾਹੂ ਪੈ ਬਹੁੜ ਨਾ ਜਾਵੈ। ਫਿਰ ਕਿਸੇ ਹੋਰ ਦੇ ਅੱਗੇ ਹੱਥ ਅੱਡਣ ਨਹੀਂ ਜਾਣਾ ਪੈਂਦਾ, ਫਿਰ ਕਿਸੇ ਹੋਰ ਦੀਆਂ ਮਿੰਨਤਾਂ, ਫਿਰ ਹੋਰ ਕਿਸੇ ਦੇ ਤਰਲੇ ਨਹੀਂ ਕਰਨੇ ਪੈਂਦੇ, ਹੱਥ ਨਹੀਂ ਜੋੜਨੇ ਪੈਂਦੇ ਕਿਸੇ ਦੇ ਅੱਗੇ। ਜਦੋਂ ਉਹਦੀ ਸੇਵਾ ਵਿੱਚ ਜੁੜ ਜਾਂਦੇ ਆ, ਜਦੋਂ ਅਸੀਂ ਉਹਦੇ ਚਰਨਾਂ ਨਾਲ ਜੁੜ ਜਾਂਦੇ ਆ, ਫਿਰ ਕਿਹਦੀ ਲੋੜ ਹੈ ਸਾਨੂੰ ਦੂਸਰਿਆਂ ਦੇ ਅੱਗੇ ਜੇ ਮਿੰਨਤਾਂ ਕਰਨੀਆਂ ਪੈਂਦੀਆਂ? ਤਾਂ ਉਹਦਾ ਕਾਰਨ ਇਹੀ ਹੈ ਕਿ ਅਸੀਂ ਵਾਹਿਗੁਰੂ ਦੀ ਸੇਵਾ ਦੇ ਵਿੱਚ ਨਹੀਂ ਜੁੜਦੇ। ਅਸੀਂ ਪੂਰੀ ਤਰ੍ਹਾਂ ਉਹਦਾ ਸਿਮਰਨ ਨਹੀਂ ਕਰਦੇ, ਪੂਰੀ ਤਰ੍ਹਾਂ ਉਹਦੀ ਸੇਵਾ ਨਹੀਂ ਕਰਦੇ, ਤਾਂ ਕਰਕੇ ਖਾਲੀ ਹਾਂ। ਸਾਡੇ ਵਿੱਚ ਕਮੀ ਹੈ, ਆਪਣੀ ਕਮੀ ਨਹੀਂ ਅਸੀਂ ਦੇਖ ਪਾ ਰਹੇ, ਬਸ ਇਹੀ ਸਾਡੀ ਦਿੱਕਤ ਹੈ। ਜਾ ਕੀ ਸੇਵਾ ਸਰਬ ਸੁਖ ਪਾਵੈ, ਅਵਰ ਕਾਹੂ ਪੈ ਬਹੁੜ ਨਾ ਜਾਵੈ। ਕਿਸੇ ਹੋਰ ਕੋਲ ਤੂੰ ਕਦੇ ਨਹੀਂ ਜਾਵੇਂਗਾ। ਸਤਿਗੁਰੂ ਕਹਿੰਦੇ ਜਿਸ ਕੈ ਦੀਐ ਰਹਿ ਅਗਾਏ, ਬਹੁੜ ਨਾ ਤ੍ਰਿਸ਼ਨਾ ਲੱਗ ਗਿਆ ਹੈ। ਦੁਬਾਰਾ ਤ੍ਰਿਸ਼ਨਾ ਨਹੀਂ ਲੱਗਦੀ, ਦੁਬਾਰਾ ਮੰਗਣਾ ਹੀ ਨਹੀਂ ਪੈਂਦਾ। ਇਸ ਲਈ ਵਾਹਿਗੁਰੂ ਨੂੰ ਮੰਗ ਲਵੋ, ਚੀਜ਼ਾਂ ਨਾ ਮੰਗੋ। ਚੀਜ਼ਾਂ ਤਾਂ ਦੇਰ ਸਵੇਰ ਮਿਲ ਹੀ ਜਾਣਗੀਆਂ। ਤੁਸੀਂ ਜਰਾ ਗੌਰ ਨਾਲ ਵੇਖੋ, ਆਪਣੇ ਘਰ ਵਿੱਚ ਅੱਜ ਦੇ ਦਿਨ ਵਿੱਚ ਝਾਤ ਮਾਰ ਕੇ ਦੇਖੋ ਕਿ ਜੋ ਤੁਹਾਨੂੰ ਚਾਹੀਦਾ ਹੋਇਆ ਉਹ ਮਿਲਿਆ ਹੋਇਆ, ਜਿਹਦੀ ਤੁਹਾਨੂੰ ਲੋੜ ਹੈ ਉਹ ਤੁਹਾਨੂੰ ਮਿਲੀ ਹੋਈ ਹੈ। ਬਸ ਜੇ ਕੁਝ ਨਹੀਂ ਮਿਲਿਆ ਤਾਂ ਉਹ ਪਰਮੇਸ਼ਰ, ਬਸ ਉਹਨੂੰ ਮੰਗ ਲਵੋ, ਬਸ ਉਹਨੂੰ ਮੰਗ ਲਵੋ। ਉਹ ਮਿਲ ਗਿਆ ਤਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਮੁੱਲ ਪੈ ਜਾਣਾ। ਉਹ ਮਿਲ ਗਿਆ ਤਾਂ ਸਭ ਚੀਜ਼ਾਂ ਉੱਤਮ ਹੋ ਜਾਣਗੀਆਂ। ਇਸ ਕਰਕੇ ਸਤਿਗੁਰੂ ਕਹਿੰਦੇ ਫਿਰ ਕਿਸੇ ਹੋਰ ਅੱਗੇ ਹੱਥ ਅੱਡਣ ਦੀ ਲੋੜ ਨਹੀਂ। ਫਿਰ ਤੁਸੀਂ ਆਪਣੇ ਆਤਮ ਨਿਰਭਰ ਹੋਵੋਗੇ। ਉਸ ਵਾਹਿਗੁਰੂ ਨਾਲ ਜੁੜ ਕੇ ਹੀ ਕੋਈ ਬੰਦਾ ਆਤਮ ਨਿਰਭਰ ਹੁੰਦਾ ਹੈ। ਸਦਾ ਆਨੰਦ ਆਨੰਦੀ ਸਾਹਿਬ, ਗੁਣ ਨਿਧਾਨ ਨਿਤ ਨਿਤ ਜਾਪੀ ਹੈ। ਉਹ ਵਾਹਿਗੁਰੂ ਹਮੇਸ਼ਾ ਆਨੰਦ ਵਿੱਚ, ਆਨੰਦ ਨਾਲ ਭਰਪੂਰ ਹੈ, ਆਨੰਦੀ ਹੈ, ਆਨੰਦ ਦਾ ਸੋਮਾ ਹੈ। ਨਿਤ ਪ੍ਰਤ ਉਸ ਨੂੰ ਸਿਮਰਨਾ ਚਾਹੀਦਾ ਹੈ। ਬਲਿਹਾਰੀ ਤੇ ਸੰਤ ਪਿਆਰੇ, ਮੈਂ ਉਸ ਸਾਧੂ ਸਤਿਗੁਰੂ ਤੋਂ ਬਲਿਹਾਰ ਜਾਂਦਾ ਵਾਂ, ਸੰਤ ਤੋਂ, ਜਿਸ ਪ੍ਰਸਾਦ ਪ੍ਰਭ ਮਨ ਵਾਸੀ ਹੈ, ਜਿਹਦੀ ਕਿਰਪਾ ਨਾਲ ਪ੍ਰਭੂ ਮਨ ਵਿੱਚ ਵਸ ਜਾਂਦਾ ਹੈ। ਰਹਾਉ ਜਾ ਕਾ ਦਾਨ ਨਿਖੁਟੈ ਨਾਹੀ। ਉਸ ਵਾਹਿਗੁਰੂ ਦਾ ਦਾਨ ਕਦੇ ਨਿਖੁੱਟਦਾ ਨਹੀਂ, ਕਦੇ ਵੀ, ਕਦੇ ਮੁੱਕਦਾ ਨਹੀਂ। ਉਹਦਾ ਦਿੱਤਾ, ਉਹਦੀ ਦਿੱਤੀ ਦਾਤ ਕਦੇ ਨਹੀਂ ਮੁੱਕਦੀ। ਸਤਿਗੁਰੂ ਕਹਿੰਦੇ ਜਾ ਕਾ ਦੀਆ ਦਾਨ ਨਿਖੁਟੈ ਨਾਹੀ, ਭਲੀ ਭਾਂਤ ਸਭ ਸਹਿਜ ਸਮਾਹੀ। ਭਲੀ ਭਾਂਤ, ਚੰਗੀ ਤਰ੍ਹਾਂ, ਪੂਰੀ ਤਰ੍ਹਾਂ ਸਹਿਜ ਵਿੱਚ ਸਮਾ ਜਾਂਦਾ ਬੰਦਾ, ਸਹਿਜ ਵਿੱਚ। ਤੁਸੀਂ ਕਬੀਰ ਸਾਹਿਬ ਦੇ ਸ਼ਬਦ ਪੜ੍ਹੋ, ਭਗਤ ਧੰਨਾ ਜੀ ਦਾ ਸ਼ਬਦ ਪੜ੍ਹੋ। ਉਹ ਪਰਮੇਸ਼ਰ ਅੱਗੇ ਜਾਚਨਾ ਕਰਦੇ ਨੇ। ਉਹ ਨਿੱਕੀ ਨਿੱਕੀ ਚੀਜ਼ ਮੰਗ ਲੈਂਦੇ ਨੇ ਪਰਮੇਸ਼ਰ ਕੋਲੋਂ ਕਿ ਦਾਲ ਦੇ ਦਿਓ, ਆਟਾ ਦੇ ਦਿਓ, ਇੱਕ ਚੰਗੀ ਇਸਤਰੀ ਦੇ ਦਿਓ, ਚੰਗੀ ਪੈਰ ਵਿੱਚ ਪਹਿਨਣ ਲਈ ਜੁੱਤੀ ਦੇ ਦਿਓ। ਉਹ ਹਰ ਚੀਜ਼ ਮੰਗ ਲੈਂਦੇ ਨੇ ਪਰਮੇਸ਼ਰ ਕੋਲੋਂ।
दाल सीधा मांगो कियो, हमरा खुशी करे नित जियो। पनिया शादन निका, पनिया मतलब जुत्ती, पनिया शादन निका, अनाज मांगो सत सीका। घर की गीहन, गीहन हुंदी इस्त्री गृहिणी, घर की गीहन चंगी, दन जन धन्ना लेवा मंगी। कि परमात्मा दे कोलों धन्ना मंग लैंदा। ते कबीर साहब की कहंदे, कबीर साहब कहंदे आप ना देहो तो लेवा मंगे, जे तू नहीं देवेगा तो असीं मंग के लै लवांगे तेरे कोलों। यह है भरोसा, यह है विश्वास, यह है प्रेम। असीं उहदे कोल ही मंगदे हां जिहदे तो सानूं भरोसा होवे, सानूं आसा होवे, जिहदे नाल साडी कोई प्रेम दी सांझ होवे। हर बंदे दे कोल थोड़ी ना असीं हत्थ अड्डदे हां, क्योंकि दूसरा बंदा तो साडा मजाक उड़ा सकदा है, पर साडा कोई मित्र वो साडा मजाक थोड़ी उड़ाएगा। वो सानू ये थोड़ी कहेगा कि तू मेरे तो लैके गया तो तू नीवा तो मैं उच्चा। ऐसा नहीं, वो सानू बड़े मान ना दिंदा कि लै। बिल्कुल ऐसा ही गुरमुख जन, भगत जन परमात्मा कोलों मंगदे ने, पर वो इस ढंग नाल नहीं, मंगतियां दी तरह नहीं, हक नाल कि तेरे कोल ही लैना है, होर किहदे कोल लैना है, इस ढंग नाल। क्योंकि वो परमात्मा नूं अपना पिता जाणदे आ, ते पिता दीआं सारियां चीज़ां दे उत्ते बच्चों का ही हक हुंदा है। सतगुरु कहंदे पिता कृपाल आग्या ए दीनी, बारिक मुख मांगै सो देना। कि पिता ने आग्या कर दी कि मेरा पुत्र जो मंगे दे दो, इस ढंग नाल, इस तरह। इसलिए सतगुरु कहंदे ओहदा दित्ता कदे नहीं खुटदा, नहीं ओहदा दित्ता। इसलिए भली भांत सब सहज समाही, भली भांत चंगी तरह सहज विच समा जांदा है बंदा, सहज विच। इसलिए सहज धारण करना, सहज टिको, सहज विच, जल्दबाजी ना करो। साडे जीवन विच बड़ी जल्दबाजी है, असीं बड़ी जल्दबाजी करते हैं। जदों असीं जल्दबाजी करते हैं, जल्दबाजी विच हाइपर हो जाते हैं, हाइपर हो जाते हैं तो घर विच छोटी जी गल ते कलेश हो जाता है। वो कलेश फिर हौली हौली विकराल रूप ले लैंदा है। इस तरह साडे रिश्तियां विच दरारां आ जांदियां, सहज की कमी करके, सहनशीलता की कमी करके। क्योंकि साडे कोलों कोई गल बर्दाश्त नहीं होंदी कि दूसरे ने मैनूं ये गल कह के मैं दित्ती, मेरे भरा ने, मेरी भैन ने, जां मेरे बाप ने, जां मेरी माँ ने, जां मेरे धी ने, जां पुत्त ने ये गल कही किवें, साडे कोलों बर्दाश्त नहीं हुंदा। इस करके साडे रिश्तियां विच दरारां आ जांदियां। कारण कि सहज नहीं है साडे अंदर, सहनशीलता नहीं है। सतगुरु कहंदे जदों सहज विच समा गए तदों फिर किते झूरना नहीं पैंदा, फिर बंदा टिक जाता है, आनंदित हो जाता है। जाकी बख्श ना मेटा कोई, जिहदी बख्शिश नूं कोई मेट नहीं सकदा, जिहदी रहमत नूं कोई मेट नहीं सकदा। जाकी बख्श ना मेटा कोई, मन वस आईए साचा सोई। उस सच्चे परमात्मा नूं मन विच वसावो जिहदियां बख्शिशां नूं कोई नहीं मेट सकदा, जिहदियां बख्शिशां कोई नहीं तुहाडे कोलों खो सकदा। इसलिए कोई बंदा हो सकता है कि तुहाडी चोरी कर लवे, पर वो तुहाडे भागां विच जो है वो नहीं चोरी कर सकदा। उहदी बख्शिश नहीं चोरी की जा सकती, पैसा चोरी किया जा सकता है, चीज़ां चोरी कीतियां जा सकदियां, पर बख्शिश नहीं, उहदी रहमत नहीं। सगल समगरी गृह जाके पूरन, सारी समगरी सब वस्तुआं जिस दे घर विच पूरन ने, वो परमात्मा जिहदे घर विच सब कुछ है। प्रभु के सेवक दुख ना झूरन, ऐसे प्रभु दे सेवक कदे दुख विच झूरदे नहीं, उन्हां नूं कदे दुख विच झूरना नहीं पैंदा, दुखी नहीं होना पैंदा। ओट गही निरभौ पद पाई है। सतगुरु कहंदे उस वाहिगुरू दी ओट जिन्हां ने गही, जिन्हां ने परमेश्वर दा आसरा लिया, उन्हां नूं निरभौ पद हासिल होया। निरभौ, वो निरभौ ने, वो किसी तो डरदे नहीं, वो डरदे नहीं। ख्याल रखना, निरभौ का मतलब किसी तो डरना नहीं है, कि कोई डरना नहीं, कोई डर है ही नहीं, मन में कोई खौफ है ही नहीं, बिल्कुल भौ रहता। सतगुरु कहंदे ओट गही निरभौ पद पाई है, सास सास सो गुण ने दगाई है। हर साह नाल उस परमात्मा दे गुण गाने, हर साह नाल उहनूं ध्याना। दूर ना होई
ਕਤਹੂ ਜਾਈਐ। ਉਹ ਪ੍ਰਮਾਤਮਾ ਕਦੇ ਦੂਰ ਨਹੀਂ ਹੁੰਦਾ ਸਾਡੇ ਕੋਲੋਂ, ਉਹ ਕਦੇ ਸਾਡੇ ਤੋਂ ਦੂਰ ਨਹੀਂ ਜਾਂਦਾ, ਕਿਤੇ ਨਹੀਂ ਜਾਂਦਾ, ਉਹ ਸਾਡੇ ਤੋਂ ਵੱਖ ਹੁੰਦਾ ਹੀ ਨਹੀਂ ਕਦੇ। ਨਦਰ ਕਰੇ ਤਾਂ ਹਰ ਹਰ ਪਾਈਐ। ਜੇ ਗੁਰੂ ਕਿਰਪਾ ਕਰ ਦੇਵੇ, ਗੁਰੂ ਰਹਿਮਤ ਕਰ ਦੇਵੇ ਤਾਂ ਪ੍ਰਮਾਤਮਾ ਹਾਸਲ ਹੋ ਜਾਂਦਾ ਹੈ, ਤਾਂ ਪਰਮੇਸ਼ਰ ਪ੍ਰਾਪਤ ਹੋ ਜਾਂਦਾ ਹੈ। ਅਰਦਾਸ ਕਰੀ ਪੂਰੇ ਗੁਰ ਪਾਸ। ਮੈਂ ਆਪਣੇ ਪੂਰੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਹਾਂ, ਮੈਂ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਦਾ ਵਾਂ, ਨਾਨਕ ਮੰਗੈ ਹਰ ਧਨ ਰਾਸ, ਕਿ ਨਾਨਕ ਤੇਰੇ ਦਰੋਂ ਨਾਮ ਦੀ ਦਾਤ ਮੰਗਦਾ ਹੈ। हे ਸੱਚੇ ਪਾਤਸ਼ਾਹ, हे ਸਤਿਗੁਰੂ ਕਿਰਪਾ ਕਰ, ਆਪਣੇ ਨਾਮ ਦੀ ਦਾਤ ਬਖਸ਼। ਇਹੀ ਦਾਤ, ਇਹੀ ਕਾਮਨਾ ਹੈ, ਇਹੀ ਚਾਹੁੰਦਾ ਵਾਂ ਦਾਤ, ਹੋਰ ਕੁਛ ਕਾਮਨਾ ਹੈ ਹੀ ਨਹੀਂ, ਹੋਰ ਹੈ ਹੀ ਨਹੀਂ। ਹੋਰ ਤੂੰ ਸਭ ਕੁਝ ਦਿੱਤਾ ਹੋਇਆ, ਜੋ ਮੈਨੂੰ ਚਾਹੀਦਾ, ਜਿਹਦੀ ਮੈਨੂੰ ਲੋੜ ਹੈ, ਉਹ ਤੂੰ ਸਾਰੀਆਂ ਚੀਜ਼ਾਂ ਮੈਨੂੰ ਦਿੱਤੀਆਂ ਹੋਈਆਂ। ਮਨ ਤਾਂ ਭੁੱਖਾ ਹੈ, ਮਨ ਤਾਂ ਕਹਿੰਦਾ ਰਹਿੰਦਾ ਕਿ ਆਹ ਵੀ ਚਾਹੀਦਾ, ਉਹ ਵੀ ਚਾਹੀਦਾ, ਸਭ ਕੁਝ ਮਿਲਿਆ ਹੋਇਆ, ਬਸ ਇੱਕ ਰਹਿਮਤ ਕਰ ਦੇ। ਨਾਨਕ ਮੰਗੈ ਹਰ ਧਨ ਰਾਸ, ਕਿ ਤੇਰੇ ਨਾਮ ਦੀ ਰਾਸ, ਤੇਰੇ ਨਾਮ ਦੀ ਪੂੰਜੀ ਨਹੀਂ ਹੈ, 4 ਪੈਸੇ ਤਾਂ ਮੈਂ ਸਾਂਭੇ ਹੋਏ ਨੇ, ਬਸ ਤੇਰੇ ਨਾਮ ਦੀ ਦਾਤ ਨਹੀਂ ਹੈ। ਇਹ ਕਿਰਪਾ ਕਰਕੇ ਮੈਨੂੰ ਬਖਸ਼ ਦੇ। ਸਤਿਗੁਰੂ ਰਹਿਮਤ ਕਰੇ, ਵਾਹਿਗੁਰੂ ਦੇ ਨਾਮ ਦੀ ਇਹ ਰੱਬੀ ਦਾਤ ਗੁਰੂ ਕਿਰਪਾ ਕਰਕੇ ਸਾਨੂੰ ਸਾਰਿਆਂ ਨੂੰ ਬਖਸ਼ ਦੇਵੇ। ਹੋਈਆਂ ਭੁੱਲਾਂ ਲਈ ਖਿਮਾ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ। ਭੁੱਲਾਂ ਨਾ ਚਿਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।